ਉਸ ਦਾ ਰੁਖ ਕਰ ਲੈਂਦੇ ਹਾਂ। ਮੋਹਾਲੀ ਦੇ ਵਿੱਚ ਪਿਛਲੇ ਦਿਨੀ ਪੰਚਾਇਤੀ ਜ਼ਮੀਨ ਛੁਡਵਾਈ ਗਈ ਸੀ। ਖੁਦ ਮੁੱਖ ਮੰਤਰੀ ਗਏ ਸੀ ਉਹ ਜ਼ਮੀਨ ਛੁਡਵਾਉਣ ਔਰ ਹੁਣ ਉਸ ਜ਼ਮੀਨ ਤੇ ਸਟੇ ਦੇ ਦਿੱਤਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ। 22 ਅਗਸਤ ਨੂੰ ਅਗਲੀ ਸੁਣਵਾਈ ਹੋਣੀ ਹੈ। 1200 ਏਕੜ ਜ਼ਮੀਨ ਸੀ ਜਿਹੜੀ ਛੁਡਵਾਈ ਗਈ ਸੀ। ਇੱਕ ਟੱਕ ਉਹਦੇ ਚ 1200 ਏਕੜ ਦਾ ਸੀ ਜ਼ਮੀਨ। 1200 ਏਕੜ ਤੋਂ ਜ਼ਿਆਦਾ ਸੀ ਜ਼ਮੀਨ, 2000 ਏਕੜ ਤੋਂ ਜ਼ਿਆਦਾ ਸੀ, ਪਰ 1200 ਏਕੜ ਦਾ ਇੱਕ ਜਿਹੜਾ ਟੱਕ ਸੀ ਉਹ ਕੰਪਨੀ ਅਦਾਲਤ ਚਲੀ ਗਈ ਜਿਸ ਕੰਪਨੀ ਦੀ ਉਹ ਜ਼ਮੀਨ ਸੀ। ਤਾਂ ਇੱਕ ਵਾਰ ਹਾਈ ਕੋਰਟ ਨੇ ਉਸ ਜ਼ਮੀਨ ਤੇ ਯਥਾ ਸਥਿਤੀ ਬਣਾਉਣ ਦੀ ਗੱਲ ਕਹੀ ਹੈ, ਯਾਨੀ ਸਟੇ ਕਰ ਦਿੱਤਾ ਗਿਆ ਉਸ ਤੇ ਜੋ ਪਹਿਲਾਂ ਵਾਲੀ ਸਥਿਤੀ ਹੈ ਉਹੀ ਰਹੇਗੀ। ਸਟੇ ਕਰ ਦਿੱਤਾ ਗਿਆ ਔਰ ਨਾਲ ਦੀ ਨਾਲ ਸਰਕਾਰ ਨੂੰ ਨੋਟਿਸ ਭੇਜ ਕੇ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ। ਯਾਨੀ ਹੁਣ ਸਰਕਾਰ ਆਪਣੇ ਡਾਕੂਮੈਂਟਸ ਰੱਖੇਗੀ ਕਿ ਉਹਨਾਂ ਦੇ ਕੋਲ ਕੀ ਡਾਕੂਮੈਂਟਸ ਨੇ ਜਾਂ ਉਹਨਾਂ ਦੇ ਕੋਲ ਕੀ ਪ੍ਰੂਫ ਨੇ ਕਿ ਪੰਚਾਇਤੀ ਜ਼ਮੀਨ ਸੀ ਔਰ ਇਸ ਨੂੰ ਅੱਗੇ ਦੀ ਅੱਗੇ ਵੇਚਿਆ ਗਿਆ ਸੀ। ਸੋ ਇਹ 1200 ਏਕੜ ਜ਼ਮੀਨ ਹੈ ਜਿਹੜੀ ਫੌਜਾ ਸਿੰਘ ਨਾਮ ਦੀ ਕੰਪਨੀ ਦੇ ਕੋਲ ਸੀ। 1200 ਏਕੜ, ਉਸ ਦਾ ਜ਼ਿਕਰ ਵੀ ਉਸ ਦਿਨ ਖੁਦ ਮੁੱਖ ਮੰਤਰੀ ਨੇ ਕੀਤਾ ਸੀ ਜਦੋਂ ਮੁੱਖ ਮੰਤਰੀ ਉੱਥੇ ਪ੍ਰੈਸ ਕਾਨਫਰੰਸ ਕਰ ਰਹੇ ਸੀ। ਪਰ ਫੌਜਾ ਸਿੰਘ ਐਂਡ ਕੰਪਨੀ ਨੇ ਅਦਾਲਤ ਦਾ ਰੁਖ ਕੀਤਾ ਤੇ ਅਦਾਲਤ ਨੇ ਹੁਣ ਉਸ ਦੀ ਪਹਿਲਾਂ ਵਾਂਗ ਸਥਿਤੀ ਰੱਖਣ ਦੇ ਲਈ ਕਿਹਾ ਹੈ। 22 ਅਗਸਤ ਨੂੰ ਅਗਲੀ ਸੁਣਵਾਈ ਹੋਣੀ ਹੈ। ਸਰਕਾਰ ਤੋਂ ਜਵਾਬ ਮੰਗਿਆ। ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਜੁੜ ਗਏ ਨੇ ਇਸ ਤੇ ਹੋਰ ਅਪਡੇਟ ਦੇ ਲਈ। ਉਮੇਸ਼, ਉਸ ਦਿਨ ਤੁਸੀਂ ਵੀ ਉੱਥੇ ਮੌਜੂਦ ਸੀ ਜਦੋਂ ਇਹ ਜਗ੍ਹਾ ਛੁਡਵਾਈ ਗਈ ਸੀ। ਕਰੀਬ 2000 ਏਕੜ ਤੋਂ ਜ਼ਿਆਦਾ ਸੀ ਔਰ ਉਸ ਦੇ ਵਿੱਚ ਵੱਡਾ ਟੱਕ ਇਹ 1200 ਏਕੜ ਵਾਲਾ ਸੀ ਜਿਹੜਾ ਫੌਜਾ ਸਿੰਘ ਐਂਡ ਕੰਪਨੀ ਦੇ ਕੋਲ ਸੀ। ਸੋ ਹੁਣ ਸਰਕਾਰ ਦੇ ਕੋਲ ਕੀ ਪੱਖ ਹੈ ਜਾਂ ਕੀ ਤਰਕ ਨੇ? ਕਿਉਂਕਿ ਅਦਾਲਤ ਦੇ ਵਿੱਚ ਤਾਂ ਜਦੋਂ ਵੀ ਕੋਈ ਮਾਮਲਾ ਜਾਂਦਾ ਤਾਂ ਇੱਕ ਵਾਰੀ ਉਸਦੇ ਐਸੇ ਖਾਸ ਕਰਕੇ ਜੇ ਜ਼ਮੀਨ ਦੇ ਮਾਮਲੇ 'ਚ ਆਪਾਂ ਸੋਚੀਏ ਤਾਂ ਪੂਰੇ ਚਾਂਸਸ ਹੁੰਦੇ ਨੇ ਉਸ ਚੀਜ਼ ਨੂੰ ਸਟੇ ਕਰਨ ਦੇ। ਦੇਖੋ ਵਿਜੇ, ਉਸ ਦਿਨ ਬਿਲਕੁਲ ਮੈਂ ਉੱਥੇ ਸੀਗਾ ਤੇ 2838 ਏਕੜ ਸਮਥਿੰਗ ਦਾ ਇੱਕ ਪੂਰਾ ਜਿੱਦਾਂ ਦੱਸਿਆ ਗਿਆ ਸੀ ਪੰਚਾਇਤ ਮੰਤਰੀ ਵੱਲੋਂ, ਫਿਰ ਸੀਐਮ ਭਗਵੰਤ ਮਾਨ ਵੀ ਉੱਥੇ ਮੌਜੂਦ ਸਨ ਜੀ, ਕਿ ਕਬਜ਼ਾ ਛੁਡਵਾਇਆ ਗਿਆ ਔਰ ਉਹਦੇ ਵਿੱਚ 1200 ਏਕੜ ਦਾ ਚੰਕ ਇੱਕ ਫੌਜਾ ਸਿੰਘ ਐਂਡ ਕੰਪਨੀ ਦਾ ਸੀਗਾ। ਇੱਕ ਜਿਹੜਾ ਜ਼ਿਕਰ ਵੀ ਹੋਇਆ ਸੀ, ਲਿਸਟ ਬਣੀ ਸੀ ਪ੍ਰੋਪਰ ਔਰ ਮੰਤਰੀ ਲਿਸਟ ਪੜ੍ਹ ਕੇ ਸੁਣਾ ਰਹੇ ਸੀ ਵੀ ਕਿਹਦੇ ਕੋਲ ਕਿੰਨੀ ਜ਼ਮੀਨ ਸੀ। ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਵੀ ਜ਼ਿਕਰ ਉਹਦੇ ਵਿੱਚ ਆਇਆ ਸੀਗਾ 125 ਏਕੜ ਦੇ ਕਰੀਬ। ਹੁਣ ਜਿਹੜੀ ਇਹ ਜ਼ਮੀਨ 1200 ਏਕੜ ਹੈ ਇਹਨੂੰ ਲੈ ਕੇ ਜਿਹੜੀ ਕੰਪਨੀ ਹਾਈ ਕੋਰਟ ਪਹੁੰਚੀ ਹੈ, ਕੰਪਨੀ ਦਾ ਕਹਿਣਾ ਸੀਗਾ ਕਿ ਇਹ ਮਸਲਾ 2010 ਤੋਂ ਚੱਲਦਾ ਪਿਆ ਹੈ ਸੈਕਸ਼ਨ 11 ਵਿੱਚ, ਯਾਨੀ ਕਿ ਜਿਹੜੀ ਪੰਚਾਇਤ ਦੀ ਕੋਈ ਲੈਂਡ ਹੁੰਦੀ ਹੈ ਸੈਕਸ਼ਨ 11 ਹੁੰਦਾ ਹੈ। ਪੰਚਾਇਤ ਉਹ ਥੱਲੇ ਡੀਸੀ ਆਫਿਸ, ਏਡੀਸੀ ਆਫਿਸ, ਉੱਥੇ ਇਹ ਮਾਮਲੇ ਚੱਲਦੇ ਹੁੰਦੇ ਨੇ ਔਰ ਉੱਥੇ ਪੰਚਾਇਤ ਵਰਸਸ ਜਿਹੜੀ ਕੰਪਨੀ ਦਾ ਮੈਟਰ ਚੱਲਦਾ ਪਿਆ ਸੀ। 8 ਜੂਨ ਨੂੰ ਇੱਕ ਆਰਡਰ ਪਾਸ ਹੋਇਆ ਔਰ ਆਰਡਰ ਪਾਸ ਪੰਚਾਇਤ ਡਿਪਾਰਟਮੈਂਟ ਨੇ ਆਰਡਰ ਪਾਸ ਕਰਾਇਆ, ਲੇਕਿਨ ਉਹਦੀ ਕਾਪੀ ਜਿਹੜੀ ਹੈਗੀ ਕੰਪਨੀ ਨੂੰ ਨਹੀਂ ਦਿੱਤੀ ਗਈ। ਕੰਪਨੀ ਨੂੰ ਪਤਾ ਨਹੀਂ ਚੱਲਿਆ ਵੀ ਕੀ ਆਰਡਰ ਪਾਸ ਹੋਇਆ। ਜਦੋਂ ਕੰਪਨੀ ਨੂੰ ਪਤਾ ਚੱਲਿਆ ਤਾਂ ਪੰਚਾਇਤ ਆਲਰੇਡੀ ਇਹ ਸਾਰਾ ਕਬਜ਼ਾ ਜਿਹੜਾ ਦੱਸਿਆ ਗਿਆ ਸੀ ਕਬਜ਼ਾ ਲੈ ਲਿਆ। ਉਸ ਤੋਂ ਬਾਅਦ ਹੀ ਫਿਰ ਹਾਈ ਕੋਰਟ ਦਾ ਰੁਖ ਕੀਤਾ ਗਿਆ। ਹਾਈ ਕੋਰਟ ਵਿੱਚ ਕੰਪਨੀ ਵੱਲੋਂ ਸਾਰੇ ਜਿਹੜੇ ਪੁਰਾਣੇ ਡਾਕੂਮੈਂਟ ਸੀਗੇ, ਪੁਰਾਣਾ ਸਾਰਾ ਰਿਕਾਰਡ ਹੈ ਵੀ ਇਦਾਂ ਸੀਗਾ ਸਾਡੇ ਨਾਮ ਜ਼ਮੀਨ ਸੀ, ਕਿਸੇ ਤੋਂ ਖਰੀਦੀ ਸੀ, ਫਿਰ ਪੰਚਾਇਤ ਵਿਭਾਗ ਦੀ ਐਂਟਰੀ ਹੁੰਦੀ ਹੈ, ਸਾਰੇ ਵੇਰਵਾ ਦੱਸਿਆ ਗਿਆ। ਕੋਰਟ ਨੇ ਵੀ ਦੇਖਿਆ ਕਿ ਵਾਕਈ ਕਿ ਇਦਾਂ ਦਾ ਇੱਕਦਮ ਕਬਜ਼ਾ ਲੈਣਾ ਚੰਗਾ ਹੈ, ਇਹ ਕਿਹੜੀ ਕਾਰਵਾਈ ਕਿਸ ਤਰੀਕੇ ਨਾਲ ਇਹ ਕਾਰਵਾਈ ਕੀਤੀ ਗਈ ਹੈ। ਕੋਰਟ ਵੀ ਥੋੜਾ ਸਖਤ ਇਹਦੇ ਵਿੱਚ ਡਬਲ ਬੈਂਚ ਸੀਗੀ, ਜਸਟਿਸ ਏਜ਼ੀ ਮਸੀਹ ਤੇ ਜਸਟਿਸ ਸੰਦੀਪ ਮੌਦਗਿਲ ਵਾਲੀ ਬੈਂਚ। ਤਾਂ ਕੋਰਟ ਨੇ ਹੁਣ ਨੋਟਿਸ ਕੀਤਾ 22 ਅਗਸਤ ਨੂੰ ਸੁਣਵਾਈ ਹੋਏਗੀ ਔਰ ਦੇਖੇਗਾ ਪੰਚਾਇਤ ਡਿਪਾਰਟਮੈਂਟ ਜਵਾਬ ਕੀ ਦਿੰਦਾ ਹੈ ਕਿ ਜਿਹੜਾ ਉਹ ਕਬਜ਼ੇ ਦੀ ਗੱਲ ਕਰ ਰਹੇ ਨੇ। ਕਿਉਂਕਿ ਕੰਪਨੀ ਵੱਲੋਂ ਇਹ ਵੀ ਕਿਹਾ ਗਿਆ ਜੀ ਦੇਖੋ ਇਹ ਫੋਟੋਗ੍ਰਾਫਸ ਲਾਈਆਂ ਗਈਆਂ ਸੀ ਵੀ ਕੁਝ ਸਾਡੀ ਤੋੜ-ਫੋੜ ਵੀ ਕੀਤੀ ਗਈ ਹੈ। ਹੁਣ ਦੇਖਣਾ ਹੋਏਗਾ ਕਿ ਸਰਕਾਰ ਪੰਚਾਇਤ ਜਵਾਬ। ਉਮੇਸ਼, ਜ਼ਾਹਿਰ ਜੀ ਗੱਲ ਹੈ ਜੇ ਸਰਕਾਰ ਨੇ ਕੋਈ ਐਸੀ ਕਾਰਵਾਈ ਕੀਤੀ ਹੈ ਤਾਂ ਸਰਕਾਰ ਕੋਲੇ ਕੁਛ ਨਾ ਕੁਛ ਤੇ ਡਾਕੂਮੈਂਟਸ ਬੋਲਦੇ ਹੋਣਗੇ। ਮੈਂ ਥੋੜਾ ਜਿਹਾ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਦੇਸੀ ਭਾਸ਼ਾ ਦੇ ਵਿੱਚ ਜੇ ਆਪਾਂ ਜ਼ਿਕਰ ਕਰੀਏ, ਜਿੰਨਾ ਕੁ ਆਪਾਂ ਬਹੁਤ ਜ਼ਿਆਦਾ ਇਸ ਮਾਮਲੇ ਦੀ ਟੈਕਨੀਕਲ ਨੌਲੇਜ ਤੇ ਨਹੀਂ ਰੱਖਦੇ ਪਰ ਜਿੰਨਾ ਕਿ ਇਸ ਮਾਮਲੇ ਬਾਰੇ ਆਪਾਂ ਸਿੱਧਾ ਜਾਣਦੇ ਹਾਂ, ਬਹੁਤ ਥਾਵਾਂ ਤੇ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਐਸੇ ਕੇਸ ਆਏ ਨੇ ਕਿ ਪੰਚਾਇਤੀ ਜ਼ਮੀਨ ਇੱਕ ਕਿਸੇ ਬੰਦੇ ਨੇ ਸਰਕਾਰ ਤੋਂ ਅਲਾਟ ਕਰਾਈ ਜਾਂ ਲਈ, ਉਸ ਤੋਂ ਬਾਅਦ ਉਹਨੇ ਅੱਗੇ ਵੇਚਤੀ, ਉਸ ਤੋਂ ਬਾਅਦ ਅੱਗੇ ਵੇਚਤੀ, ਅੱਗੇ ਦੀ ਅੱਗੇ ਉਹ 4 5 6 ਥਾਵਾਂ ਤੇ ਵਿਕ ਗਈ। ਸੋ 6ਵੇਂ ਜਗ੍ਹਾ ਤੇ ਜਿਹਨੇ ਜਾ ਕੇ ਖਰੀਦੀ ਹੈ ਉਹ ਤਾਂ ਕਹਿੰਦਾ ਕਿ ਮੇਰਾ ਪੰਚਾਇਤੀ ਜ਼ਮੀਨ ਨਾਲ ਕੋਈ ਲੈਣਾ ਦੇਣਾ ਨਹੀਂ, ਮੈਂ ਤੇ ਫਲਾਣੇ ਬੰਦੇ ਤੋਂ ਖਰੀਦੀ ਹੈ। ਪਰ ਪਿੱਛੋਂ ਪੰਚਾਇਤੀ ਜ਼ਮੀਨ ਚੱਲੀ ਆ ਰਹੀ ਸੀ ਔਰ ਅਖੀਰ ਤੇ ਆ ਕੇ ਜਿਹੜਾ ਉਸਦਾ ਖਮਿਆਜ਼ਾ ਹੈ, ਕਿਉਂਕਿ ਬਾਕੀ ਲੋਕ ਤਾਂ ਪੈਸੇ ਵੱਟ ਕੇ ਨਿਕਲ ਗਏ, ਸੋ ਅਖੀਰ ਤੇ ਆ ਕੇ ਖਮਿਆਜ਼ਾ ਜਿਹਨੇ ਅਖੀਰਲੇ ਜਿਹਦੇ ਕੋਲੇ ਹੁੰਦੀ ਹੈ ਉਹਨੂੰ ਭੁਗਤਣਾ ਪੈਂਦਾ ਹੈ। ਸੋ ਲਗਭਗ ਐਸਾ ਹੀ ਕੇਸ ਹੈ ਜਿਹੜਾ ਇਹ ਜਿੱਥੇ ਇਹ ਸਰਕਾਰ ਨੇ ਜ਼ਮੀਨ ਜਿਹੜੀ ਐਕਵਾਇਰ ਕੀਤੀ ਹੈ। ਬਿਲਕੁਲ, ਜੇ ਤਕਨੀਕੀ ਭਾਸ਼ਾ ਅਲੱਗ ਰੱਖੀਏ ਜਿੱਦਾਂ ਜਿਹੜੇ ਕੰਪਨੀ ਦੇ ਐਡਵੋਕੇਟ ਨੇ, ਸੀਨੀਅਰ ਐਡਵੋਕੇਟ ਚੇਤਨ ਮਿੱਤਲ, ਉਹ ਵੀ ਸਾਨੂੰ ਦੱਸ ਕੇ ਗਏ ਸੀਗੇ। ਮਾਮਲਾ ਇਹ ਹੈ ਕਿ ਉਹਨਾਂ ਦਾ ਇਹ ਕਹਿਣਾ ਸੀਗਾ
ਸਿਰਫ ਪੰਚਾਇਤ ਨੂੰ ਇਹ ਡਿਸਾਈਡ ਕਰਨਾ ਸੀ, ਡਿਪਾਰਟਮੈਂਟ ਨੂੰ, ਕਿ ਇਹਦਾ ਮਾਲਿਕਾਨਾ ਹੱਕ ਪਹਿਲਾਂ ਕਿਹਦੇ ਨਾਂ ਤੇ ਸੀਗਾ, ਪ੍ਰਮੋਟਰ ਕੌਣ ਸੀ ਜਿਸ ਤੋਂ ਕੰਪਨੀ ਨੇ ਜ਼ਮੀਨ ਲਈ, ਨਾ ਕਿ ਇਹ ਕਿ ਇਹ ਜ਼ਮੀਨ ਹੀ ਪੰਚਾਇਤ ਦੇ ਨਾਂ ਚੜਾਤੀ, ਰੋਜ਼ ਨਾਮ ਚ ਚੜ ਗਿਆ ਵੀ ਇਹ ਪੰਚਾਇਤ ਦੇ ਨਾਮ ਹੈ। ਤਾਂ ਜਿੰਨੀ ਕੁ ਸਮਝ ਆਈ ਹੈ ਕਿ ਸਿਰਫ ਮਸਲਾ ਇਹ ਸੀਗਾ ਜਿਹੜਾ ਪੁਰਾਣਾ ਚੱਲਿਆ ਰਿਹਾ ਸੀਗਾ ਕਿ ਇਹ ਜ਼ਮੀਨ ਦਾ ਜਿਹੜਾ ਕੌਣ ਸੀਗਾ, ਕਿਹਦੇ ਨਾਂ ਤੇ, ਸਿਰਫ ਮਾਲਿਕਾਨਾ ਹੱਕ ਕਿਹਦੇ ਨਾਂ ਤੇ ਸੀ ਉਹ ਡਿਸਾਈਡ ਕਰਨਾ ਸੀ। ਲੇਕਿਨ ਪੰਚਾਇਤ ਡਿਪਾਰਟਮੈਂਟ ਨੇ ਜ਼ਮੀਨੀ ਕਬਜ਼ੇ ਤੇ ਕਰਤਾ ਵੀ ਇਹ ਤਾਂ ਅਵੈਧ ਕਬਜ਼ਾ ਕੀਤਾ ਹੋਇਆ ਸੀ। ਉਸੇ ਨੂੰ ਲੈ ਕੇ ਕੰਪਨੀ ਹਾਈ ਕੋਰਟ ਪਹੁੰਚੀ, ਤਾਂ ਹੀ ਹਾਈ ਕੋਰਟ ਨੇ ਨੋਟਿਸ ਕੀਤਾ ਸਰਕਾਰ ਨੂੰ। ਹੁਣ 22 ਅਗਸਤ ਨੂੰ ਇਸ ਕਰਕੇ ਮੈਂ ਕਹਿ ਰਿਹਾ ਕਿ ਜ਼ਿਕਰ ਦੇਖਣਾ ਹੋਏਗਾ, ਜਵਾਬ ਜਿਹੜਾ ਹੋਏਗਾ ਪੰਚਾਇਤ, ਕਿਉਂਕਿ ਅੱਜ ਪੰਚਾਇਤ ਵਿਭਾਗ ਦੇ ਜਿਹੜੇ ਵਕੀਲ ਸੀਗੇ, ਯਾਨੀ ਕਿ ਸਰਕਾਰੀ ਵਕੀਲ, ਉਹ ਵੀ ਉੱਥੇ ਮੌਜੂਦ ਸੀਗੇ, ਉਹ ਵੀ ਕੁਝ ਖਾਸ ਸੰਤੁਸ਼ਟ ਜਵਾਬ ਨਹੀਂ ਦੇ ਪਾਏ ਕੋਰਟ ਨੂੰ। ਅਦਰਵਾਈਜ਼ ਜਦੋਂ ਨੋਟਿਸ ਹੁੰਦਾ ਹੈ ਵਿਜੇ, ਇਟ ਮੀਨਸ ਕੋਰਟ ਤਾਂ ਹੀ ਨੋਟਿਸ ਕਰਦਾ ਜਦ ਕੋਰਟ ਨੂੰ ਸੰਤੁਸ਼ਟੀ ਨਹੀਂ ਹੁੰਦੀ ਸਰਕਾਰੀ ਵਕੀਲ ਦੇ ਜਵਾਬਾਂ ਤੋਂ। ਯਾਨੀ ਉਮੇਸ਼, ਆਪਾਂ ਇਹਦੇ ਚ ਇੱਕ ਚੀਜ਼ ਸਮਝ ਸਕਦੇ ਹਾਂ ਵੀ ਕੰਪਨੀ ਨੇ ਸਿੱਧੀ ਪੰਚਾਇਤ ਡਿਪਾਰਟਮੈਂਟ ਤੋਂ ਨਹੀਂ ਲਈ, ਕਿਸੇ ਤੋਂ ਖਰੀਦੀ ਹੈ। ਬਿਲਕੁਲ, ਕਈ ਕੰਪਨੀ ਦਾ ਕਹਿਣਾ ਕਿ ਅਸੀਂ ਡਾਇਰੈਕਟ ਪੰਚਾਇਤ ਤੋਂ ਲਈ, ਅਸੀਂ ਕਿਸੇ ਤੋਂ ਲਈ ਹੈ, ਔਰ ਉਹਦੀ ਮਾਲਕਾਨਾ ਹੱਕ ਉਹਦੇ ਨਾਂ ਤੇ ਹੈ ਨਹੀਂ ਹੈ। ਇਹ ਡਿਪਾਰਟਮੈਂਟ ਦੇਖੇ, ਆਪਸ ਦੇਖੇ, ਸਾਨੂੰ ਉਹਦੇ ਕੋਈ ਲੈਣਾ ਦੇਣਾ ਨਹੀਂ। ਉਹੀ ਹੁਣ ਜਵਾਬ ਦੇਖੋ ਕਿ ਕੀ ਆਂਦਾ ਕੀ ਨਹੀਂ, ਤਾਂ ਕਿ ਉਹਦੇ ਵਿੱਚ ਹੋਰ ਸਰਕਾਰ ਕਲੈਰਿਟੀ ਕਰਕੇ ਦੇਗੀ। ਠੀਕ ਹੈ, ਧੰਨਵਾਦ ਉਮੇਸ਼ ਇਸ ਜਾਣਕਾਰੀ ਦੇ ਲਈ। ਤਾਂ ਮੋਹਾਲੀ ਦੇ ਜ਼ਿਲ੍ਹੇ ਦੇ ਵਿੱਚ ਜਿਹੜੀ ਬਿਲਕੁਲ ਪਹਾੜਾਂ ਦੀ ਜੱਦ ਦੇ ਵਿੱਚ ਜ਼ਮੀਨ ਲੱਗਦੀ ਸੀ, ਉਹਦੇ 'ਚ ਕੁਝ ਪਹਾੜੀ ਏਰੀਆ ਹੈ, ਉਸ ਦਿਨ ਸੀਐਮ ਨੇ ਦੱਸਿਆ ਵੀ ਸੀ, ਔਰ ਕੁਝ ਮੈਦਾਨੀ ਏਰੀਆ ਹੈ, ਦਰਖਤ ਲੱਗੇ ਹੋਏ ਨੇ। 50 ਕਰੋੜ ਦਾ ਜ਼ਿਕਰ ਕੀਤਾ ਸੀ ਸੀਐਮ ਨੇ ਕਿ ਜਿਹੜੇ ਉੱਥੇ ਦਰਖਤ ਲੱਗੇ ਹੋਏ ਨੇ ਉਹਦੀ ਲੱਗਣ 50 ਕਰੋੜ ਰੁਪਏ ਦੀ ਹੈ। ਸੋ ਇਹ ਜ਼ਮੀਨ ਜਿਹੜੀ ਹੈ 2800 ਏਕੜ ਤੋਂ ਜ਼ਿਆਦਾ ਸੀ, ਔਰ ਇਸ ਦੇ ਵਿੱਚ 1200 ਦਾ ਇੱਕ ਟੱਕ ਸੀ ਇੱਕ ਫੌਜਾ ਸਿੰਘ ਐਂਡ ਕੰਪਨੀ ਦਾ। ਉਹ ਕੰਪਨੀ ਅਦਾਲਤ ਚਲੀ ਗਈ। ਉਹ ਕੰਪਨੀ ਦੇ ਜਿਵੇਂ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਦੱਸ ਰਹੇ ਨੇ ਕਿ ਤਰਕ ਇਹ ਸੀ ਕਿ ਅਸੀਂ ਪੰਚਾਇਤੀ ਜ਼ਮੀਨ ਨਹੀਂ ਕਬਜ਼ਾਈ, ਅਸੀਂ ਤੇ ਕਿਸੇ ਤੋਂ ਖਰੀਦੀ ਹੈ। ਹੁਣ ਉਹਦਾ ਅੱਗੇ ਪੁਰਾਣਾ ਰਿਕਾਰਡ ਕਿੱਥੇ ਬੋਲਦਾ ਹੈ, ਜਾਂ ਉਹ ਪੰਚਾਇਤੀ ਸੀ ਜਾਂ ਕਿਸ ਵਿਅਕਤੀ ਨੇ ਉਹ ਆਪਣੇ ਨਾਮ ਕਰਾਈ ਔਰ ਕਿਸ ਨੇ ਅੱਗੇ ਦੀ ਅੱਗੇ ਵੇਚੀ, ਇਹ ਜਿਹੜਾ ਹੈ ਹੁਣ ਅਦਾਲਤ ਦੇ ਵਿੱਚ ਸਾਰੇ ਜਿਹੜੇ ਤਰਕ ਵਿਤਰਕ ਹੈ ਉਹ ਹੋਣਗੇ, ਔਰ ਅਦਾਲਤ ਦੇ ਵਿੱਚ ਸਰਕਾਰ ਨੂੰ ਇਸ ਬਾਬਤ ਜਾਂ ਪੰਚਾਇਤ ਮਹਿਕਮੇ ਨੂੰ ਇਸ ਬਾਬਤ ਆਪਣੇ ਕਾਗਜ਼ ਜਿਹੜੇ ਹੈ ਉਹ ਰੱਖਣੇ ਹੋਣਗੇ ਕਿ ਕਿਉਂ ਉਹਨਾਂ ਨੇ ਇਹ ਜ਼ਮੀਨ ਵਾਪਸ ਆਪਣੇ ਕਬਜ਼ੇ ਹੇਠ ਲਈ ਹੈ। ਸੋ 22 ਅਗਸਤ ਦੀ ਅਗਲੀ ਤਾਰੀਖ ਹੈ ਔਰ ਨੋਟਿਸ ਸਰਕਾਰ ਨੂੰ ਜਾਰੀ ਕਰਕੇ ਜਵਾਬ ਮੰਗਿਆ ਗਿਆ, ਔਰ ਉਦੋਂ ਤੱਕ ਹਾਈ ਕੋਰਟ ਨੇ ਜੋ ਪਹਿਲਾਂ ਵਾਲੀ ਸਥਿਤੀ ਸੀ ਉਹੀ ਰੱਖਣ ਦੇ ਲਈ ਕਿਹਾ ਹੈ। ਤੇ ਜ਼ਿਕਰ ਬਿਕਰਮ ਸਿੰਘ ਮਜੀਠੀਆ ਦਾ ਕਰ ਰਹੇ ਹਾਂ ਅਸੀਂ ਲਗਾਤਾਰ। ਅੱਜ ਹੀ ਜੇਲ੍ਹ ਤੋਂ ਬਿਕਰਮ ਮਜੀਠੀਆ ਬਾਹਰ ਆਉਣਗੇ। ਅੱਜ ਸ਼ਾਮ ਤੱਕ ਪਟਿਆਲਾ ਜੇਲ੍ਹ ਤੋਂ ਉਹਨਾਂ ਦੀ ਰਿਹਾਈ ਹੋ ਸਕਦੀ ਹੈ, ਕਿਉਂਕਿ ਟੈਕਨੀਕਲ ਪ੍ਰੋਸੀਜਰ ਹੁੰਦਾ ਹੈ। ਜਦੋਂ ਕੋਰਟ ਦੇ ਆਰਡਰ ਹੁੰਦੇ ਆ, ਆਰਡਰ ਦੀ ਕਾਪੀ ਉੱਥੇ ਪਹੁੰਚਦੀ ਹੈ, ਦਸਤੀ ਕਾਪੀ ਜਦੋਂ ਪਹੁੰਚਦੀ ਹੈ ਤਾਂ ਫਿਰ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਪ੍ਰੋਸੈਸ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਰਿਲੀਜ਼ ਕਰਨ ਦੀ। ਸੋ ਸ਼ਾਮ ਤੱਕ, ਕਿਉਂਕਿ ਸ਼ਾਮ ਦਾ ਸਮਾਂ ਹੁੰਦਾ 5, 5:30 ਤੱਕ ਜਿਹੜੀ ਜਦੋਂ ਬੰਦੀ ਹੁੰਦੀ ਹੈ ਜੇਲ੍ਹ ਦੇ ਵਿੱਚ, ਜਿਸ ਨੂੰ ਜੇਲ੍ਹ ਦੇ ਸ਼ਬਦਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਾਰੇ ਜਿਹੜੇ ਕੈਦੀ ਜੇਲ੍ਹ ਦੇ ਹੁੰਦੇ ਆ ਜਾਂ ਜਿਹੜੇ ਅੰਡਰ ਟ੍ਰਾਇਲ ਵੀ ਹੁੰਦੇ ਆ, ਜਿਹੜੇ ਬਾਹਰ ਹੁੰਦੇ ਆ ਔਰ ਉਹਨਾਂ ਨੂੰ ਵਾਪਸ ਬੈਰਕਾਂ 'ਚ ਜਾਣਾ ਹੁੰਦਾ, ਤਾਂ ਉਸ ਤੋਂ ਪਹਿਲਾਂ ਫਿਰ ਜਿਨ੍ਹਾਂ ਦੇ ਰਿਲੀਜ਼ ਆਰਡਰ ਆ ਜਾਂਦੇ ਨੇ ਉਹਨਾਂ ਨੂੰ ਫਿਰ ਜੇਲ੍ਹ 'ਚੋਂ ਰਿਲੀਜ਼ ਕਰ ਦਿੱਤਾ ਜਾਂਦਾ। ਸੋ ਅੱਜ ਕਿਉਂਕਿ ਫੈਸਲਾ 10 ਵਜੇ ਆ ਗਿਆ ਸੀ, ਸੋ ਇਸ ਕਰਕੇ ਉਮੀਦ ਹੈ ਕਿ ਥੋੜੀ ਦੇਰ ਦੇ ਵਿੱਚ ਜਿਹੜੇ ਆਰਡਰ ਨੇ, ਦਸਤੀ ਆਰਡਰ, ਉਹ ਜੇਲ੍ਹ ਪ੍ਰਸ਼ਾਸਨ ਦੇ ਕੋਲ ਪਹੁੰਚ ਜਾਣਗੇ ਔਰ ਉਸ ਤੋਂ ਬਾਅਦ ਫਿਰ ਬਿਕਰਮ ਮਜੀਠੀਆ ਦੀ ਰਿਹਾਈ ਦੀ ਪ੍ਰਕਿਰਿਆ ਹੋਏਗੀ। ਥੋੜੀ ਦੇਰ ਦੇ ਵਿੱਚ ਅੱਜ ਸ਼ਾਮ ਤੋਂ ਪਹਿਲਾਂ ਬਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆ ਜਾਣਗੇ, ਇਹ ਜਾਣਕਾਰੀ ਪਹੁੰਚ ਰਹੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਬਿਕਰਮ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਹੈ। 24 ਫਰਵਰੀ ਨੂੰ ਬਿਕਰਮ ਮਜੀਠੀਆ ਨੇ ਸਰੈਂਡਰ ਕੀਤਾ ਸੀ, 24 ਫਰਵਰੀ ਨੂੰ, ਕਿਉਂਕਿ ਇਲੈਕਸ਼ਨ ਹੁੰਦੇ ਨੇ, ਵੋਟਾਂ ਪੈਂਦੀਆਂ ਨੇ, ਔਰ ਵੋਟਾਂ ਪੈਣ ਤੋਂ ਬਾਅਦ ਜਿਹੜਾ ਹੈ 3 ਦਿਨ ਬਾਅਦ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਸਰੈਂਡਰ ਕਰਨ ਦੇ ਆਦੇਸ਼ ਦਿੱਤੇ ਸੀ। ਉਹਨਾਂ ਨੇ ਰਾਹਤ ਦਿੱਤੀ ਸੀ ਬਿਕਰਮ ਮਜੀਠੀਆ ਨੂੰ ਵੋਟਾਂ ਤੱਕ ਦੀ, ਔਰ ਵੋਟਾਂ ਤੋਂ ਬਾਅਦ ਉਹਨਾਂ ਨੇ 3 ਦਿਨ ਦਾ ਹੋਰ ਸਮਾਂ ਦਿੱਤਾ ਸੀ ਕਿ 3 ਦਿਨ ਬਾਅਦ ਉਹ ਫਿਰ ਜੇਲ੍ਹ 'ਚ ਸਰੈਂਡਰ ਕਰ ਦੇਣ। ਸੋ 24 ਫਰਵਰੀ ਨੂੰ ਬਿਕਰਮ ਸਿੰਘ ਮਜੀਠੀਆ ਨੇ ਸਰੈਂਡਰ ਕੀਤਾ ਸੀ। 5.5 ਮਹੀਨੇ ਹੋ ਚੁੱਕੇ ਨੇ ਉਹਨਾਂ ਨੂੰ ਪਟਿਆਲਾ ਜੇਲ੍ਹ 'ਚ ਬੰਦ, ਤੇ 5.5 ਮਹੀਨੇ ਬਾਅਦ ਹੁਣ ਜਾ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਉਹਨਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਹੈ। ਪਿਛਲੇ ਦਿਨੀ ਫੈਸਲਾ ਰਿਜ਼ਰਵ ਰੱਖ ਲਿਆ ਸੀ ਔਰ ਅੱਜ ਸਵੇਰ 10 ਵਜੇ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ। ਬਿਕਰਮ ਸਿੰਘ ਮਜੀਠੀਆ ਨੂੰ ਰੈਗੂਲਰ ਬੇਲ ਯਾਨੀ ਪੱਕੀ ਜ਼ਮਾਨਤ ਜਿਹੜੀ ਹੈ ਉਹ ਅਦਾਲਤ ਵੱਲੋਂ ਦੇ ਦਿੱਤੀ ਗਈ ਹੈ।